ਅੱਜ ਲੁਧਿਆਣਾ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਦੀ ਪੇਸ਼ੀ ਹੋਏਗੀ। ਲੁਧਿਆਣਾ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਜਾਏਗਾ। ਕੱਲ ਵਿਜੀਲੈਂਸ ਨੇ ਇੱਕ ਸੈਲੂਨ ਦੇ ਵਿੱਚੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ। ट्रांसपोर्टेशन टेंडर घोटाले ਦੇ ਵਿੱਚ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 2000 ਕਰੋੜ ਰੁਪਏ ਦੇ ਘੋਟਾਲੇ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਕੰਟਰੈਕਟਰ ਤੇਲੂ ਰਾਮ ਦੇ ਬਿਆਨਾਂ ਦੇ ਆਧਾਰ ਤੇ ਆਸ਼ੂ ਤੇ ਕਾਰਵਾਈ ਹੋਈ ਹੈ। ਧੋਖਾਧੜੀ ਤੇ ਅਪਰਾਧਿਕ ਸਾਜ਼ਿਸ਼ ਰਚਣ ਦੇ ਇਲਜ਼ਾਮ ਲੱਗੇ ਨੇ। ਐਫਆਈਆਰ ਦੇ ਵਿੱਚ 420 120 ਬੀ ਤੇ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦੀਆਂ ਧਾਰਾਵਾਂ ਸ਼ਾਮਲ ਨੇ। ਕੱਲ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਅੱਜ ਲੁਧਿਆਣਾ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਜਾਵੇਗਾ। ਵਿਜੀਲੈਂਸ ਨੇ ਕੱਲ ਇੱਕ ਸੈਲੂਨ ਚੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਅੱਜ ਅਦਾਲਤ 'ਚ ਪੇਸ਼ ਕੀਤਾ ਜਾਏਗਾ। 2000 ਕਰੋੜ ਦੇ ਘੁਟਾਲੇ ਦਾ ਅਨੁਮਾਨ ਹੈ। ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ 'ਚ ਇਹ ਗ੍ਰਿਫਤਾਰੀ ਹੋਈ ਹੈ। ਤੇਲੂ ਰਾਮ ਕੰਟਰੈਕਟਰ ਜਿਸ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਹੋਇਆ ਉਸ ਦੇ ਬਿਆਨਾਂ ਦੇ ਆਧਾਰ ਤੇ ਇਹ ਕਾਰਵਾਈ ਹੋਈ ਹੈ। ਰੋਹਿਤ ਗੌੜ ਸਾਡੇ ਸਹਿਯੋਗੀ ਜੁੜੇ ਨੇ। ਰੋਹਿਤ, ਕੀ ਕੁਝ ਤੁਹਾਡੇ ਕੋਲ ਜਾਣਕਾਰੀ, ਕਦੋਂ ਭਾਰਤ ਭੂਸ਼ਣ ਆਸ਼ੂ ਨੂੰ ਅਦਾਲਤ 'ਚ ਪੇਸ਼ ਕੀਤਾ ਜਾ ਸਕਦਾ ਹੈ? जी बिल्कुल दस देना कि लगभग 12 बजे के आस-पास कहा जा रहा है कि इन्होंने लुधियाना कोर्ट में इन्होंने पेश किया जाऊगा। तो उस तो पहला अज मतलब बीती रात देर रात कहा जा रहा है कि उन्होंने मैडिकल करवाया गया है और मैडिकल करवाने तो बाद उन्होंने वापस विजिलेंस ऑफिस ਦੇ ਵਿੱਚ ਰੱਖਿਆ ਗਿਆ ਵਾ। ਵਿਜੀਲੈਂਸ ਆਫਿਸ ਤੋਂ ਬਾਅਦ ਹੀ ਉੱਥੋਂ ਹੀ ਇਹਨਾਂ ਨੂੰ ਕੋਰਟ ਦੇ ਵਿੱਚ ਲਿਆਇਆ ਜਾਊਗਾ। ਕੋਰਟ ਦੇ ਵਿੱਚ ਲਿਆਉਣ ਵੇਲੇ ਹੀ ਕਿਤੇ ਨਾ ਕਿਤੇ ਜਿਹੜਾ ਇੱਕ ਵੱਡਾ ਪ੍ਰਦਰਸ਼ਨ ਕਾਂਗਰਸੀ ਵਰਕਰਾਂ ਦਾ ਦੇਖਣ ਨੂੰ ਮਿਲ ਸਕਦਾ ਹੈ, ਕਿਉਂਕਿ ਰਾਜਾ ਵੜਿੰਗ ਦੇਰ ਰਾਤ ਉੱਥੇ ਪਹੁੰਚੇ ਸੀਗੇ ਔਰ ਰਾਜਾ ਵੜਿੰਗ ਵੱਲੋਂ ਇੱਕ ਚੀਜ਼ ਸਾਫ਼ ਤੌਰ ਤੇ ਕਿਹਾ ਗਿਆ ਸੀਗਾ ਕਿ ਹੁਣ ਅਸੀਂ ਸੰਘਰਸ਼ ਦਾ ਰਾਹ ਜਿਹੜਾ ਹੈਗਾ ਉਹ ਅਪਣਾਇਆ ਜਾਊਗਾ। ਔਰ ਇਸ ਚੀਜ਼ ਨੂੰ ਲੈ ਕੇ ਜਿਹੜੇ ਵਰਕਰ ਜਿਹੜੇ ਉੱਥੇ ਦੇਰ ਰਾਤ ਤੱਕ ਧਰਨਾ ਦੇ ਕੇ ਬੈਠੇ ਹੋਏ ਸੀ ਤੇ ਉਹਨਾਂ ਨੂੰ ਸਾਫ਼ ਤੌਰ ਤੇ ਦੱਸਿਆ ਕਿ ਅਸੀਂ ਇਹਨਾਂ ਦੇ ਵਿਜੀਲੈਂਸ ਦਫ਼ਤਰ ਦੇ ਬਾਹਰ ਬਿਲਕੁਲ ਵੀ ਧਰਨਾ ਨਹੀਂ ਲਗਾਉਣਾ ਹੈਗਾ ਵਾ, ਕਿਉਂਕਿ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਨਾ ਹੋਵੇ ਕਿ ਬੇਸੀ ਧਰਨਾ ਦੇਈਏ ਔਰ ਵਿਜੀਲੈਂਸ ਅਫਸਰਾਂ ਨੂੰ ਇਹ ਕਹਿਣ ਦਾ ਮੌਕਾ ਮਿਲ ਜਾਏ ਕਿ ਉਹਨਾਂ ਨੇ ਉਹਨਾਂ ਦੇ ਕੰਮ ਦੇ ਵਿੱਚ ਖਲਲ ਡਾਲਿਆ ਵਾ। ਤਾਂ ਇਸ ਚੀਜ਼ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਹੁਣ ਜਿਹੜੀ ਹੈ ਰਣਨੀਤੀ ਜਿਹੜੀ ਆ ਉਹ ਰਾਜਾ ਵੜਿੰਗ ਵੱਲੋਂ ਬਣਾਈ ਜਾ ਰਹੀ ਹੈ ਔਰ ਬੜੇ ਹੀ ਜਿੱਥੇ ਤਰੀਕੇ ਦੇ ਨਾਲ ਇਸ ਪੂਰੇ ਕੰਮ ਜਿਹੜਾ ਪ੍ਰੋਟੈਸਟ ਹੈਗਾ ਵਾ ਉਸਨੂੰ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਪਰ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਵਿਜੀਲੈਂਸ ਆਫਿਸ ਵੱਲੋਂ ਹੁਣ ਜਦੋਂ ਪੇਸ਼ ਕੀਤਾ ਜਾਊਗਾ ਤਾਂ ਪੇਸ਼ ਕਰਨ ਤੋਂ ਬਾਅਦ ਜਿਹੜੇ ਵੀ ਤੱਥ ਉਹਨਾਂ ਕੋਲ ਹੈਗੇ ਨੇ ਉਸ ਤੱਥਾਂ ਨੂੰ ਕੋਰਟ ਦੇ ਵਿੱਚ ਰੱਖ ਕੇ ਰਿਮਾਂਡ ਵੀ ਮੰਗਿਆ ਜਾ ਸਕਦਾ ਵਾ। ਔਰ ਕਿੰਨੇ ਦਿਨ ਦਾ ਹੁਣ ਰਿਮਾਂਡ ਮਿਲਦਾ ਵਾ ਪੁਲਿਸ ਵਿਜੀਲੈਂਸ ਆਫਿਸ ਨੂੰ ਜਾਂ ਜੱਜ ਸਾਹਿਬ ਕਿੰਨੇ ਦਿਨ ਦਾ ਰਿਮਾਂਡ ਦਿੰਦੇ ਨੇ ਇਹ ਤਾਂ ਹੁਣ ਜਦੋਂ ਕੋਰਟ 'ਚ ਪੇਸ਼ ਕਰਨਗੇ ਉਸ ਤੋਂ ਬਾਅਦ ਹੀ ਪਤਾ ਲੱਗ ਪਾਊਗਾ। ਪਰ ਹਾਲ ਦੇ ਫਿਲਹਾਲ ਕੋਰਟ ਦੇ ਵਿੱਚ ਔਰ ਆਸ-ਪਾਸ ਦੇ ਇਲਾਕੇ ਦੇ ਵਿੱਚ ਜਿੱਥੇ ਵਿਜੀਲੈਂਸ ਦਾ ਦਫ਼ਤਰ ਹੈਗਾ ਉੱਥੇ ਸੁਰੱਖਿਆ ਦੇ ਕੜੇ ਇੰਤਜ਼ਾਮ ਕਰ ਦਿੱਤੇ ਗਏ ਨੇ। ਜੀ ਸ਼ੁਕਰੀਆ ਰੋਹਿਤ ਪੂਰੀ ਜਾਣਕਾਰੀ ਦੇ ਲਈ। ਤਾਂ ਅੱਜ ਭਾਰਤ ਭੂਸ਼ਣ ਆਸ਼ੂ ਨੂੰ ਲੁਧਿਆਣਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਤੇ ਉਧਰ ਕਾਂਗਰਸ ਦੇ ਵੱਲੋਂ ਵੀ ਰਣਨੀਤੀ ਘੜੀ ਜਾ ਰਹੀ ਹੈ। ਕੱਲ ਵੀ ਦੇਰ ਰਾਤ ਤੱਕ ਲੁਧਿਆਣਾ 'ਚ ਪ੍ਰਦਰਸ਼ਨ ਕੀਤਾ ਗਿਆ ਤੇ ਅੱਜ ਵੀ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ। ਬਦਲਾਖੋਰੀ ਦੇ ਇਲਜ਼ਾਮ ਕਾਂਗਰਸ ਦੇ ਵੱਲੋਂ ਲਗਾਏ ਜਾ ਰਹੇ ਸੀ। ਕੱਲ ਵੀ ਇੱਕ ਵੱਡਾ ਪ੍ਰਦਰਸ਼ਨ ਵਿਜੀਲੈਂਸ ਦਫ਼ਤਰ ਦੇ ਬਾਹਰ ਚੰਡੀਗੜ੍ਹ ਦੇ ਵਿੱਚ ਵੀ ਕੀਤਾ ਗਿਆ ਸੀ। ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਹੋਈ ਹੈ। ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਦਾ ਇਹ ਪੂਰਾ ਮਾਮਲਾ ਹੈ। ਟਰਾਂਸਪੋਰਟੇਸ਼ਨ ਟੈਂਡਰ ਘੁਟਾਲਾ ਹੈ ਕੀ? ਮੰਡੀਆਂ ਦੇ ਵਿੱਚ ਅਨਾਜ ਦੀ ਢੁਆਈ ਦੇ ਵਿੱਚ ਵੱਡਾ ਘਪਲਾ ਹੋਇਆ ਹੈ। ਨਕਲੀ ਨੰਬਰ ਪਲੇਟਾਂ ਦੀਆਂ ਗੱਡੀਆਂ ਤੇ ਮਾਲ ਦੀ ਢੁਆਈ ਹੋਈ ਹੈ। ਟਰੱਕ ਟਰਾਲੀ ਦੀ ਜਗ੍ਹਾ ਸਕੂਟਰ ਤੇ ਬਾਈਕ ਦੇ ਨੰਬਰ ਲਗਾਏ ਗਏ। ਗਲਤ ਗੱਡੀਆਂ ਦੇ ਨੰਬਰ ਲਿਖਵਾ ਕੇ ਟੈਂਡਰ ਹਾਸਲ ਕੀਤੇ ਗਏ। ਘਪਲੇ ਦੇ ਸਮੇਂ ਭਾਰਤ ਭੂਸ਼ਣ ਆਸ਼ੂ ਫੂਡ ਸਪਲਾਈ ਮੰਤਰੀ ਸੀ। ਕੰਟਰੈਕਟਰ ਤੇ ਠੇਕੇਦਾਰਾਂ ਨੂੰ ਫਾਇਦਾ ਪਹੁੰਚਾਉਣ ਦਾ ਉਹਨਾਂ ਤੇ ਇਲਜ਼ਾਮ ਹੈ। ਕਰੀਬ 2000 ਕਰੋੜ ਦੇ ਘੁਟਾਲੇ ਦਾ ਅਨੁਮਾਨ ਹੈ। ਤਾਂ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ। ਇਸ ਮਾਮਲੇ ਦੇ ਵਿੱਚ ਇਹ ਪੂਰੀ ਜਿਹੜੀ ਕਾਰਵਾਈ ਹੈ ਉਹ ਹੋ ਰਹੀ ਹੈ। ਇਸ ਮਾਮਲੇ 'ਚ ਆਸ਼ੂ ਦੇ ਨਾਲ ਤਾਰ ਕਿਵੇਂ ਜੁੜੇ ਨੇ ਇਹ ਵੀ ਸਮਝਣਾ ਹੋਏਗਾ। ਕੰਟਰੈਕਟਰ ਤੇਲੂ ਰਾਮ ਦਾ ਇਹ ਖੁਲਾਸਾ ਹੈ। ਕੰਟਰੈਕਟਰ ਤੇਲੂ ਰਾਮ ਪਹਿਲਾਂ ਹੀ ਗ੍ਰਿਫਤਾਰ ਹੋ ਚੁੱਕਿਆ ਹੈ। ਪੀਏ ਮੀਨੂ ਮਲਹੋਤਰਾ ਦੇ ਜ਼ਰੀਏ ਮੰਤਰੀ ਤੱਕ ਪਹੁੰਚਿਆ ਹੈ। ਪਹਿਲਾਂ ਡਿਪਟੀ ਡਾਇਰੈਕਟਰ ਰਾਕੇਸ਼ ਸਿੰਗਲਾ ਦੇ ਨਾਲ ਮੁਲਾਕਾਤ ਹੋਈ, ਫਿਰ ਸਿੰਗਲਾ ਨੇ ਮੰਤਰੀ ਦੇ ਨਾਮ ਤੇ 30 ਲੱਖ ਰੁਪਏ ਰਿਸ਼ਵਤ ਮੰਗੀ। ਇਹ ਸਾਰੇ ਇਲਜ਼ਾਮ ਨੇ। ਸਿੰਗਲਾ ਨੂੰ 20 ਲੱਖ ਰੁਪਏ ਦੀ ਰਿਸ਼ਵਤ ਦਿੱਤੀ ਗਈ। ਪੀਏ ਮਲਹੋਤਰਾ ਨੂੰ 6 ਲੱਖ ਰੁਪਏ ਦੀ ਰਿਸ਼ਵਤ ਦਿੱਤੀ ਗਈ। 2000 ਕਰੋੜ ਰੁਪਏ ਦਾ ਘੁਟਾਲਾ ਹੈ। 420 ਦੇ ਕੇਸ ਦੇ ਵਿੱਚ ਸਾਬਕਾ ਮੰਤਰੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ 'ਚ ਇਹ ਇਲਜ਼ਾਮ ਲੱਗੇ ਨੇ। 420 409 467 468 471 120 ਬੀ ਇਹ ਸਾਰੀਆਂ ਧਾਰਾਵਾਂ ਲਗਾਈਆਂ ਗਈਆਂ ਨੇ ਭਾਰਤ ਭੂਸ਼ਣ ਆਸ਼ੂ ਦੇ ਉੱਤੇ, ਜੋ ਹੁਣ ਮਾਮਲਾ ਦਰਜ ਕੀਤਾ ਗਿਆ ਹੈ। 420 ਧੋਖਾਧੜੀ ਦਾ, 409 ਅਪਰਾਧਕ ਵਿਸ਼ਵਾਸਘਾਤ, 467 ਦਸਤਾਵੇਜ਼ਾਂ ਦੀ ਜਾਲਸਾਜ਼ੀ, 468 ਦਸਤਾਵੇਜ਼ਾਂ ਦਾ ਗਲਤ ਇਸਤੇਮਾਲ, 471 ਦਸਤਾਵੇਜ਼ਾਂ ਦੀ ਬੇਈਮਾਨੀ ਲਈ ਵਰਤੋਂ ਤੇ 120 ਵੀ ਅਪਰਾਧਕ ਸਾਜ਼ਿਸ਼।
ਤਾਂ ਇਹ ਸਾਰੀਆਂ ਧਾਰਾਵਾਂ ਲੱਗੀਆਂ ਨੇ ਭਾਰਤ ਭੂਸ਼ਣ ਆਸ਼ੂ ਦੇ, ਜਿਨ੍ਹਾਂ ਦੇ ਤਹਿਤ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। उधर जिवें ही गिरफ्तारी हुई तो लुधियाना दे विच कांग्रेस ने मोर्चा खोल दिता। कांग्रेस ने विजिलेंस दफ्तर ते घेर लिया। राजा वड़िंग ने कहा कि आशू खिलाफ कोई सबूत नहीं है, झूठे इल्जामां दे आधार ते गिरफ्तार किया गया है। राजा वड़िंग ने कहा कि चोरां दे वांग आशू नूं गिरफ्तार किया गया, इस दे नाल पंजाब दा नुकसान होवेगा। लुधियाना दे विच जिवें ही भारत भूषण आशू की गिरफ्तारी हुई तो कांग्रेस ने विजिलेंस दफ्तर घेर लिया। विजिलेंस दफ्तर के बाहर प्रदर्शन किया गया तो कांग्रेस प्रधान राजा वड़िंग ने कहा कि कोई सबूत नहीं, विजिलेंस कोल आशू के खिलाफ झूठे इल्जामां दे आधार ते गिरफ्तार किया गया, चोरां वांगू गिरफ्तार किया गया, इस सब दे नाल पंजाब दा नुकसान होवेगा। किसी ने इल्जाम लाता ये आशू जी नूं सबमिट करते सुनते पुछते फिर किसी नतीजे ते आउंदे। इस तरह चोरां दे वांगू मगर गड्डी ला के तुसीं लुधियाने आके खड़िया, कोई चंगी गल नहीं है। ਇਹਦੇ ਨਾਲ ਪੰਜਾਬ ਦਾ ਨੁਕਸਾਨ ਹੋਏਗਾ, ਇਹ ਨਵਾਂ ਰਿਵਾਜ ਪੈ ਜਾਏਗਾ। ਇਹ ਤਾਂ ਸੌਖਾ ਕਰਤਾ। ਮੈਂ ਮੀਡੀਆ ਨੂੰ ਵੀ ਕਹਿਣਾ ਚਾਹੁੰਦਾ, ਇਹ ਤਾਂ ਬੜਾ ਸੌਖਾ ਹੋ ਗਿਆ। ਕੱਲ ਨੂੰ ਤੁਹਾਡੀ ਆਵਾਜ਼ ਕਿਸੇ ਨੇ ਦੱਬਣੀ ਹੈ ਤੇ ਕੋਈ ਬੰਦਾ ਤੁਹਾਡੇ ਤੇ ਇਲਜ਼ਾਮ ਲਾ ਦੇਗਾ ਵੀ ਇਹ ਮੇਰੇ ਤਾਂ ਮੀਡੀਆ ਵਾਲੇ ਨੂੰ 4 ਲੱਖ ਰੁਪਇਆ ਦਿੱਤਾ ਹੈ ਤੇ ਪਰਚਾ ਹੋ ਗਿਆ। ਇਹ ਤਾਂ ਇੱਕ ਪੈਟਰਨ ਸੈੱਟ ਕਰਤਾ ਇਸੇ ਗੱਲ ਦਾ ਹੀ ਹੈ ਜੀ, ਫਲਾਣੇ ਬੰਦੇ ਦਾ ਬਿਆਨ ਤੇ ਪਰਚਾ ਦਰਜ ਕੀਤਾ। ਹੁਣ ਵੇਖਦੇ ਕੀ ਹੁੰਦਾ। ਹਾਲਾਂਕਿ ਉਹਦੀ ਇਨਵੈਸਟੀਗੇਸ਼ਨ ਹੁੰਦੀ ਹੈ, ਬੰਦਾ ਕੀ ਕਹਿ ਰਿਹਾ ਕੀ ਗੱਲ ਨਹੀਂ। ਜਿਹੜਾ ਵਿਅਕਤੀ ਨੂੰ ਖੜਿਆ ਠੇਕੇਦਾਰ, ਅਜੇ ਹੋਰ ਬੰਦਾ ਤਾਂ ਫੜਿਆ ਹੀ ਨਹੀਂ। ਉਹ ਠੇਕੇਦਾਰ ਕਹਿੰਦੇ ਆ ਕੋਰਟ 'ਚ ਗੱਲ ਕਹਿ ਕੇ ਆਏ जज साहब के सामने की मेरे तो डायरी तैयार कराई जा रही है। जज साहब डायरी तैयार कराई जा रही है। देखो जो सिसोदिया जी के कपड़े उतरे हैं दिल्ली में, सीबीआई और ईडी ने उतारे हैं, वो दोबारा जो कपड़े फटे हुए हैं, कपड़े गंदे हुए हैं, उस कपड़ों को ड्राई क्लीन की कोशिश की है। क्योंकि हिमाचल इलेक्शन में जो सीबीआई और ईडी ने जो स्कैंडल, बड़े से बड़े लेकर स्कैंडल यहाँ आ रहे हैं, तो वही हमने भी शिकायत की थी। हमारी प्रेस कॉन्फ्रेंस हुई थी और गवर्नर साहब से टाइम मांगा था भी यहाँ भी वही सेम ठेकेदार जो भगवंत मान जी के साथ मिलके, जो वहाँ केजरीवाल साहब के साथ मिलके जिन्होंने हजारों करोड़ का गबन किया है, वो भी जब कोविड था वही ठेकेदार यहाँ शराब के ठेके उनको दिए गए हैं। उसके बारे में जब मुद्दा उठाया था तो उसका कहीं ना कहीं बदला लेने के लिए, बदला इन द सेंस, क्योंकि बीजेपी को तो हाथ लगा नहीं सकते। बीजेपी तो भाई ये जब ईडी और सीबीआई आती है तो ये डर लगता है। तो यहाँ कांग्रेस पे विजिलेंस यूज की है भी हिमाचल में हम अपनी छवि अच्छी कर सकें, क्योंकि संगरूर इलेक्शन के हारने के बाद खास तौर पे मजीठिया जी जो सबसे बड़े ड्रग ट्रेल में थे वो छूट गए इनसे, उसको जेल में नहीं रख सके, कोर्ट में ये कोई बात प्रूव नहीं कर सके। और इंडस्ट्री से आते हैं भगवंत मान, और उस इंडस्ट्री का सबसे बड़ा हीरा जो है सिद्धू मूसेवाला, वो गोलियों से भून दिया गया। तो इसलिए बड़े बैकफुट पे यहाँ पे बीजेपी आम आदमी सरकार थी, तो वो कहीं ना कहीं कोशिश है, आम आदमी सरकार थी तो वो कहीं ना कहीं कोशिश है। हम तो खुद अपने सारी लीडरशिप, हमें पता था भी ये मुकदमा 18 तारीख को दर्ज हो चुका है, और ये पर क्या चाह रहे थे भी आशू जी को कहीं अकेले पकड़ के उनको बाद में इंटेरोगेशन करके जो आदतें रही हैं भाई कुछ भी उनको मनवाएंगे। लेकिन हमारा इसमें ये था भी हम उनको पेश करेंगे। आप बताइए, आज भी हम चंडीगढ़ से मैं और आशू जी इकट्ठे आए हैं और सारी 20 गाड़ियाँ 30 गाड़ियाँ और लुधियाना से थी। तो जब हमने उनको घर उतारा है और मैं अपने घर आ गया हूँ, उसी बीच में 2-3-4 मिनट में ये उनको उठाने आ गए हैं। तो मौके पे मैं वहां पे पहुंच गया। हमें ये नहीं समझ आ रही थी, क्योंकि ना तो कोई वर्दी में था, ना कोई मेरी बहस वहां पे हो रही है भाई आप आई कार्ड तो दिखा दो, अगर आप पुलिस वाले हो तो हम आपके साथ चलेंगे, इनको लेके जाएंगे, आप बता तो दो आपके पास कोई सम्मन है। चलो वो भी नहीं है, पुलिस उठा सकती है, पर पुलिस कोई आई कार्ड तो दिखा दो किसी का, क्योंकि आप कोई वर्दी में नहीं हो, आप कोई पुलिस वाले लग नहीं रहे हो, आप कौन हो। तो इसलिए यहाँ गुंडा राज हुआ है। इस तरीके से किसी एक्स मिनिस्टर को और किसी को भी उठा लिया जाएगा तो कोई बताएगा भी नहीं कौन उठाने लेके आ रहा। हमारे जो एमएलए और जो हमारे कंटेस्टेड कैंडिडेट थे वो 117 के 17 और 4 एमपी वहां पे पहुंचे भी। आप इनको हमने पेश किया है और वहां पे बैरिकेड लगा के उन्होंने कहा हमें जरूरत नहीं है।
उसके बाद हम यहाँ आ गए हैं पूछ के भाई बता दो, अगर हम चंडीगढ़ नहीं तो हम लुधियाना एसएसपी के पेश कर देते हैं। लेकिन उनकी मंशा ये थी भाई मीडिया से भी चोरी, सबसे चोरी इनको उठा के बड़े से बड़ा जो वो चाहते हैं केस इनके ऊपर डालें और जिससे एक सेंसेशन क्रिएट हो सके। एक मीडिया में भी आशू को उठा लिया और इतने चीज़ों की हमने रिकवरी कर ली, इतना कुछ इनके ऊपर डाल दिया, वो चीज़ से हम सचेत थे भी ये चीज़ कर सकते हैं। ਅਸੀਂ ਕਿਸੇ ਪ੍ਰਕਾਰ ਦਾ ਉੱਪਰ ਕਰ ਲੈਣਾ ਕਾਨੂੰਨ ਨੂੰ ਆਪਣੇ ਹੱਥ ਵਿੱਚ ਨਹੀਂ ਲੈਣਾ। ਅੱਜ ਅਸੀਂ ਸ਼ਾਂਤਪੂਰਵਕ ਤਰੀਕੇ ਦੇ ਨਾਲ ਸਿਰ ਦੇ ਉੱਪਰ ਕਰਨਾ। ਬਿੱਟੂ ਜੀ, ਆਸ਼ੂ ਜੀ ਹਰੀ ਤੇ तमाम ਪੰਜਾਬ ਦੀ ਲੀਡਰਸ਼ਿਪ ਅਸੀਂ ਵਿਜੀਲੈਂਸ ਦਫ਼ਤਰ ਗਏ ਸਾਂ ਔਰ ਉੱਥੇ ਆਸ਼ੂ ਜੀ ਵੀ ਗਏ ਸੀ ਵੀ ਅਗਰ ਮੇਰੀ ਤੁਹਾਨੂੰ ਜ਼ਰੂਰਤ ਹੈ ਤਾਂ ਮੈਂ ਇੱਥੇ ਆਇਆ, ਤੁਸੀਂ